ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਮੈਂ ਹਾਂ ਗੁਰਤੇਜ ਸਿੰਘ। ਭਾਰਤੀ ਖਿੱਤੇ ਦੇ ਇਸ ਵਕਤ ਦੇ ਹਾਲਾਤ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਏ ਜਿਵੇਂ ਨੀਰੋ ਬਾਦਸ਼ਾਹ ਦਾ ਭੂਤ ਆ ਜਿਹੜਾ ਉਹ ਮੋਦੀ ਅਤੇ ਮੋਦੀ ਸਰਕਾਰ ਦੇ ਵਿੱਚ ਵੜ ਗਿਆ ਹੋਵੇ। ਪਹਿਲਾਂ ਆਪਾਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਾਣਦੇ ਹਾਂ ਕਿ ਨੀਰੋ ਬਾਦਸ਼ਾਹ ਹੈ ਕੌਣ ਸੀ ਤੇ ਉਹਨੇ ਆਪਣੀ ਪਰਜਾ ਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਸੀ। ਨੀਰੋ ਬਾਦਸ਼ਾਹ ਰੋਮ ਦਾ ਇੱਕ ਰਾਜਾ ਸੀ ਜਿਸ ਦੇ ਸ਼ਹਿਰ ਦੇ ਵਿੱਚ ਅੱਗ ਲੱਗ ਜਾਂਦੀ ਹੈ। ਉਸ ਦੇ ਸ਼ਹਿਰ ਅੱਗ ਲੱਗਣ ਦੇ ਉੱਤੇ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਲੋਕਾਂ ਦੀ ਮਦਦ ਦੇ ਲਈ ਅੱਗੇ ਆਵੇ। ਉਹ ਆਪਣੇ ਅਹਿਲਕਾਰਾਂ ਨੂੰ ਭੇਜੇ, ਆਪਣੇ ਅਫਸਰਾਂ ਨੂੰ ਭੇਜੇ ਕਿ ਲੋਕਾਂ ਨੂੰ ਜਾ ਕੇ ਕੋਈ ਉਹ ਸਹਾਇਤਾ ਕਰਨ। ਪਰ ਉਸ ਵਕਤ ਕੰਨ ਰਸਤਾ ਮਾਰਿਆ ਹੋਇਆ ਨੀਰੋ ਬਾਦਸ਼ਾਹ, ਜਿਹੜਾ ਕਿ ਸੰਗੀਤ ਦਾ ਬਹੁਤ ਆਪਣੇ ਆਪ ਨੂੰ ਪ੍ਰੇਮੀ ਕਹਾਉਂਦਾ ਸੀ, ਉਹ ਸ਼ਹਿਰ ਦੇ ਵਿੱਚ ਬੈਠਾ ਹੋਇਆ ਬੰਸਰੀ ਵਜਾ ਰਿਹਾ ਸੀ ਜਾਂ ਕੋਈ ਸਾਜ਼ ਜਾਂ ਕੋਈ ਸੰਗੀਤ ਸੁਣ ਰਿਹਾ ਸੀ ਅਤੇ ਆਪਣੇ ਮਹਿਲ ਦੇ ਵਿੱਚੋਂ ਸਾਰੀ ਅੱਗ ਲੱਗੀ ਹੋਈ ਉਹ ਦੇਖ ਰਿਹਾ ਸੀ। ਲੋਕ ਤੜਫ ਰਹੇ ਸੀ ਤੇ ਲੋਕ ਮਰ ਰਹੇ ਸੀ। ਉਦੋਂ ਬਾਅਦ ਕਿਹਾ ਜਾਂਦਾ ਕਿ ਉਸਨੇ ਆਪਣਾ ਇੱਕ ਮਹਿਲ ਉਸਾਰਿਆ। ਉਹਨੇ ਲੋਕਾਂ ਵੱਲ ਨਹੀਂ ਧਿਆਨ ਦਿੱਤਾ ਕਿ ਲੋਕਾਂ ਦੇ ਜੋ ਰਿਸ਼ਤੇਦਾਰ ਮਰ ਗਏ ਨੇ, ਜੋ ਲੋਕਾਂ ਦਾ ਨੁਕਸਾਨ ਹੋਇਆ ਏ, ਉਹਦੀ ਪੂਰਤੀ ਕੀਤੀ ਜਾਵੇ। ਉਸ ਨੇ ਆਪਣਾ ਇੱਕ ਮਹਿਲ ਉਸਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਕਾਰਨ ਉਹਨੇ ਲੋਕਾਂ ਦੇ ਉੱਤੇ ਬਹੁਤ ਸਾਰਾ ਟੈਕਸ ਲਾਇਆ ਤਾਂ ਕਿ ਉਹਦਾ ਇੱਕ ਬਹੁਤ ਸੋਹਣਾ ਮਹਿਲ ਬਣ ਸਕੇ। ਪਰ ਲੋਕਾਂ ਨੇ ਬਗਾਵਤ ਕੀਤੀ। ਸਪੇਨ ਦੇ ਰਾਜੇ ਨੇ ਉਹ 'ਤੇ ਆ ਕੇ ਚੜ੍ਹਾਈ ਕਰਤੀ ਅਤੇ ਉਹਦੇ ਹੀ ਬਹੁਤ ਸਾਰੇ ਫੌਜੀ ਸੀ ਜਿਹੜੇ ਉਹ ਸਪੇਨ ਦੇ ਰਾਜੇ ਦੇ ਨਾਲ ਰਲ ਗਏ ਅਤੇ ਅਖੀਰ ਆ ਜਿਹੜਾ ਇਹ ਨੀਰੋ ਸੀ ਇਹ ਖੁਦਕੁਸ਼ੀ ਕਰਕੇ ਮਰ ਗਿਆ ਬਹੁਤ ਛੋਟੀ ਉਮਰ ਦੇ ਵਿੱਚ। ਇਹੋ ਜਿਹੀ ਕੁਛ ਕਰ ਰਹੀ ਆ ਹੁਣ ਮੋਦੀ ਸਰਕਾਰ। ਕੀ ਕਰ ਰਹੀ ਆ? ਮੋਦੀ ਸਰਕਾਰ ਇੱਕ ਪ੍ਰੋਜੈਕਟ ਲੈ ਕੇ ਆ ਰਹੀ ਆ। ਪ੍ਰੋਜੈਕਟ ਲੈ ਕੇ ਨਹੀਂ ਆ ਰਹੀ, ਪ੍ਰੋਜੈਕਟ ਲੈ ਕੇ ਆ ਗਈ ਆ ਅਤੇ ਉਹ 'ਤੇ ਕੰਮ ਵੀ ਚੱਲ ਰਿਹਾ ਗਾ। ਇਹਦਾ ਨਾਂ ਗਾ ਸੈਂਟਰਲ ਵਿਸਟਾ ਪ੍ਰੋਜੈਕਟ। ਇਸ ਦੇ ਵਿੱਚ ਇਹਨਾਂ ਨੇ ਪਾਰਲੀਮੈਂਟ, PM ਹਾਊਸ, ਰਾਸ਼ਟਰਪਤੀ ਹਾਊਸ ਆ ਜਿਹੜਾ, ਜਾਂ ਹੋਰ ਇੱਦਾਂ ਦੀਆਂ ਕੁਝ ਸਰਕਾਰੀ ਬਿਲਡਿੰਗਾਂ ਨੇ, ਉਹ ਕਈ ਇਹਨਾਂ ਨੇ ਰੈਨੋਵੇਟ ਕਰਨੀਆਂ ਨੇ ਅਤੇ ਕਈਆਂ ਦੀ ਇਹਨਾਂ ਨੇ ਪੂਰਨ ਰੂਪ ਦੇ ਵਿੱਚ ਹੀ ਮੁੜ ਉਸਾਰੀ ਕਰਨੀ ਆ, ਭਾਵ ਕਿ ਉਹ ਨਵੀਆਂ ਬਣਾਉਣੀਆਂ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਇਹਨਾਂ ਨੇ ਰੱਖੀ ਆ ਪਾਰਲੀਮੈਂਟ ਦਾ ਜਿਹੜਾ ਉਹ ਨਕਸ਼ਾ ਗਾ ਜਾਂ ਜਿਹੜਾ ਉਹਦਾ ਬਣਾ ਕੇ ਢਾਂਚਾ ਜਿਹਾ ਦੱਸਿਆ ਗਿਆ, ਉਹਦੀਆਂ ਸ਼ਾਇਦ ਤੁਸੀਂ ਤਸਵੀਰਾਂ ਦੇਖੀਆਂ ਵੀ ਹੋਣ। ਜੇ ਨਹੀਂ ਦੇਖੀਆਂ ਤਾਂ ਤੁਹਾਨੂੰ ਇਹ ਦਿਖਾ ਦਿੰਦੇ ਹਾਂ। ਇਹਦਾ ਪਿਛਲੇ ਦਿਨਾਂ ਦੇ ਵਿੱਚ ਭੂਮੀ ਪੂਜਨ ਕੀਤਾ ਗਿਆ, ਜਿਹੜਾ ਕਿ ਹਿੰਦੂ ਰਹੁ ਰੀਤਾਂ ਮੁਤਾਬਕ ਕਰਦੇ ਆ। ਉਂਝ ਤਾਂ ਭਾਰਤ ਨੂੰ ਇੱਕ ਲਿਬਰਲ ਮੁਲਕ ਕਲੇਮ ਕੀਤਾ ਜਾਂਦਾ। ਖੈਰ, ਇਹ ਇੱਕ ਵੱਖਰਾ ਵਿਸ਼ਾ ਹੈ। ਇਹ ਉਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਜਿਹੜੀ ਨਿਊ ਪਾਰਲੀਮੈਂਟ ਬਣਨੀ ਹੈ। ਸੋ ਇਸ ਪਾਰਲੀਮੈਂਟ ਬਣਨ ਦੇ ਉੱਤੇ ਜਾਂ ਜਿਹੜਾ ਸੈਂਟਰਲ ਵਿਸਟਾ ਪ੍ਰੋਜੈਕਟ ਆ, ਇਸ ਦੇ ਬਾਰੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਨੇ ਜਾਂ ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਇਹਦਾ ਅਮਾਊਂਟ ਦਿੱਤਾ ਜਾ ਰਿਹਾ। ਕੋਈ ਇਸ ਦਾ ਅਮਾਊਂਟ ਆ ਜਿਹੜਾ ਉਹ 20,000 ਕਰੋੜ, ਕੋਈ 22,000 ਕਰੋੜ ਅਤੇ ਕਈ ਇਸ ਨੂੰ ਟਾਈਮਜ਼ ਆਫ ਇੰਡੀਆ ਵਰਗੇ 30,000 ਕਰੋੜ ਵੀ ਲਿਖ ਰਹੇ ਨੇ। ਚਲੋ ਆਪਾਂ ਮੰਨ ਲਈਏ ਕਿ ਇਹ 25,000 ਕਰੋੜ ਤੱਕ ਜਾਂ 30,000 ਕਰੋੜ ਤੱਕ ਵੀ ਜਾ ਸਕਦਾ ਹੈ। ਜਿਹੜੇ ਅੰਦਰੋਂ ਖਾਣੇ ਹੁੰਦੇ ਆ ਜਾਂ ਡਕਾਰਨੇ ਹੁੰਦੇ ਆ, ਉਹਨਾਂ ਬਾਰੇ ਆਪਾਂ ਗੱਲ ਨਹੀਂ ਕਰਦੇ ਹਾਂ। ਸੋ ਇਸ ਦੇ ਉੱਤੇ ਲੋਕਾਂ ਨੇ ਉਂਗਲਾਂ ਵੀ ਖੜੀਆਂ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਦੇ ਬਹੁਤ ਸਾਰੇ ਕਾਰਨ ਸੀਗੇ, ਜਿਨ੍ਹਾਂ ਦੇ ਵਿੱਚੋਂ ਆਪਾਂ ਤੁਹਾਡੇ ਨਾਲ 3 ਕਾਰਨ ਸਾਂਝੇ ਕਰਦੇ ਹਾਂ। 3 ਵੱਡੇ ਕਾਰਨ ਕੀ ਸੀ? ਪਹਿਲਾ ਕਾਰਨ ਸੀਗਾ ਕਿ ਇਹ ਜਿਹੜਾ ਸੈਂਟਰਲ ਵਿਸਟਾ ਪ੍ਰੋਜੈਕਟ ਬਣਾਇਆ ਜਾ ਰਿਹਾ ਏ, ਇਸ ਦੇ ਕਰਕੇ ਬਹੁਤ ਸਾਰੇ ਰੁੱਖਾਂ ਦੀ ਬਰਬਾਦੀ ਹੋਵੇਗੀ। ਦਿੱਲੀ ਜਿਹੜਾ ਸ਼ਹਿਰ ਆ, ਦਿੱਲੀ ਸ਼ਹਿਰ ਵੈਸੇ ਹੀ ਜਿਹੜਾ ਧੂਏਂ ਦਾ ਮਾਰਿਆ ਹੋਇਆ, ਹਵਾ ਉੱਥੇ ਸ਼ੁੱਧ ਹੈ ਨਹੀਂ। ਪੰਜਾਬ ਦੇ ਉੱਤੇ ਉਹ ਦੋਸ਼ ਲਾਉਂਦੇ ਰਹਿੰਦੇ ਆ ਕਿ ਪੰਜਾਬ ਤੋਂ ਸਾਡੇ ਧੂੰਆਂ ਆਉਂਦਾ ਜੀ, ਜਦ ਕਿ ਉਹਨਾਂ ਦੀਆਂ ਆਪਣੀਆਂ ਨਲਾਇਕੀਆਂ ਕਾਰਨ, ਸਰਕਾਰਾਂ ਦੀਆਂ ਕਾਰਨ ਦਿੱਲੀ ਸ਼ਹਿਰ ਦਾ ਜਿਹੜਾ ਵਾਤਾਵਰਨ ਆ ਉਹ ਬਹੁਤ ਹੀ ਜ਼ਿਆਦਾ ਮਾੜਾ ਗਾ ਦੁਨੀਆ ਦੇ ਵੱਡੇ ਅਤੇ ਨਾਮੀ ਸ਼ਹਿਰਾਂ ਦੇ ਮੁਕਾਬਲੇ। ਪਰ ਫਿਰ ਵੀ ਉਹ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਉਹ ਬਹੁਤ ਸਾਰੇ ਰੁੱਖ ਨੇ ਜਿਹੜੇ ਉਹ ਪੱਟ ਰਹੇ ਨੇ। ਇਸ ਦੇ ਕਰਕੇ 5 ਤਰੀਕ 2020 ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਕਿ ਇਹਨੂੰ ਰੋਕਿਆ ਜਾਵੇ। ਇਹ ਜਿਹੜੀ ਇੱਥੋਂ ਦੀ ਇਕੋਲੋਜੀ ਆ ਉਸ ਨੂੰ ਖਰਾਬ ਕਰੇਗਾ। ਸੁਪਰੀਮ ਕੋਰਟ ਨੇ ਥੋੜ੍ਹੇ ਜਿਹੇ ਆਪਣੇ ਖੰਭ ਦਿਖਾਏ ਅਤੇ ਉਹਨੇ ਕਹਿ ਤਾ ਜੀ ਇਹਦੇ ਉੱਤੇ ਰੋਕ ਲਾ ਦਿਓ। ਇਹਦਾ ਕਾਰਨ ਇਹ ਸੀ ਕਿ ਰੁੱਖ ਨਾ ਵੱਢੇ ਜਾਣ, ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ। ਇਹ ਪਿਛਲੇ ਸਾਲ ਦੀ ਗੱਲ ਆ, ਜਨਵਰੀ 2020 ਦੀ। ਉਦੋਂ ਬਾਅਦ ਦੇ ਵਿੱਚ ਇਹ ਕੰਮ ਚੱਲ ਪਿਆ।
ਭਾਵ ਕਿ ਜਿਹੜਾ ਸੁਪਰੀਮ ਕੋਰਟ ਨੇ ਅਜੇ ਕੋਈ ਡਿਸੀਜਨ ਨਹੀਂ ਸੀ ਦਿੱਤਾ, ਕੰਮ ਆਟੋਮੈਟਿਕਲੀ ਸ਼ੁਰੂ ਹੋ ਗਿਆ। ਸੁਪਰੀਮ ਕੋਰਟ ਨੇ ਫੇਰ ਕਿਹਾ, ਝਾੜ ਪਾਈ ਥੋੜ੍ਹੀ ਬਹੁਤ ਕਿ ਇਹ ਕੰਮ ਬੰਦ ਕੀਤਾ ਜਾਵੇ। ਦਸੰਬਰ ਦੇ ਵਿੱਚ ਉਹਨਾਂ ਨੇ ਝਾੜ ਪਾਈ, ਪਿਛਲੇ ਲੰਘੇ ਦਸੰਬਰ ਦੇ ਵਿੱਚ, ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਸਾਡੇ ਫੈਸਲੇ ਦੀ ਉਡੀਕ ਕਰੋ। ਪਰ ਕਿਸੇ ਫੈਸਲੇ ਦੀ ਉਡੀਕ ਨਹੀਂ ਕੀਤੀ ਅਤੇ ਉਹ ਕੰਮ ਲਗਾਤਾਰ ਚੱਲਦਾ ਰਿਹਾ। ਹੁਣ ਦੂਜਾ ਕਾਰਨ ਕਿ ਇਹ ਫੈਸਲਾ ਕਿਉਂ ਰੁਕਣਾ ਚਾਹੀਦਾ, ਕਿ ਇਹ ਕੰਮ ਕਿਉਂ ਰੁਕਣਾ ਚਾਹੀਦਾ। ਇਹਦੇ ਕਰਕੇ ਕਰੋਨਾ ਵਾਇਰਸ ਦੀ ਜਿਹੜੀ ਲਾਗ ਆ ਉਹ ਬਹੁਤ ਜ਼ਿਆਦਾ ਫੈਲ ਰਹੀ ਆ। ਕਿਉਂਕਿ ਇਸ ਸੁਪਰੀਮ ਕੋਰਟ ਨੇ ਹੀ ਹੁਣ ਇਸ ਨੂੰ ਇਹ ਕੰਮ ਕਰਨ ਨੂੰ ਹਰੀ ਝੰਡੀ ਦਿੱਤੀ ਆ। ਇਹ ਹਰੀ ਝੰਡੀ ਉਹਨਾਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਦਿੱਤੀ ਆ, ਜਨਵਰੀ 5 ਦੇ ਵਿੱਚ ਹੀ 2021 ਦੇ ਵਿੱਚ, ਕਿ ਤੁਸੀਂ ਜੀ ਆਪਣਾ ਇਹ ਪ੍ਰੋਜੈਕਟ ਕੰਟੀਨਿਊ ਰੱਖੋ। ਅਤੇ ਇਸ ਸਮੇਂ ਉਹਨਾਂ ਨੇ ਇਸ ਨੂੰ ਜ਼ਰੂਰੀ ਕੰਮਾਂ ਦੇ ਵਿੱਚ ਵੀ ਪਾ ਦਿੱਤਾ। ਜ਼ਰੂਰੀ ਕੰਮ ਆਪਾਂ ਨੂੰ ਪਤਾ ਕਿ ਕੋਵਿਡ ਦੇ ਦੌਰਾਨ ਇਹ ਤੁਸੀਂ ਸ਼ਬਦ ਬਹੁਤਿਆਂ ਨੇ ਸੁਣਿਆ ਵੀ ਹੋਊਗਾ ਕਿ ਇਹ ਫਰੰਟ ਲਾਈਨ ਵਰਕਰ ਨੇ, ਐਸੈਂਸ਼ੀਅਲ ਵਰਕ ਆ, ਜਾਂ ਇਸ ਤਰ੍ਹਾਂ ਦੇ ਸ਼ਬਦ ਤੁਸੀਂ ਸੁਣੇ ਹੋਣਗੇ। ਸੋ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਇਹ ਪ੍ਰੋਜੈਕਟ ਬਣ ਰਿਹਾ ਗਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ, ਇਸ ਲਈ ਜਿਹੜੇ ਇੱਥੇ ਵਰਕਰ ਕੰਮ ਕਰਦੇ ਆ ਉਹ ਜ਼ਰੂਰੀ ਕੰਮਾਂ ਦੇ ਹੇਠ ਆਉਂਦੇ ਆ ਅਤੇ ਉਸ ਲਈ ਉਹ ਕੰਮ ਕਰਦੇ ਰਹਿਣਗੇ। ਇਹ ਭਾਰਤ ਦੀ ਸੁਪਰੀਮ ਕੋਰਟ ਦਾ ਕਹਿਣਾ ਗਾ। ਅਤੇ ਅਪ੍ਰੈਲ ਦੇ ਵਿੱਚ ਉਹਨਾਂ ਨੇ ਇਸ ਅਪ੍ਰੈਲ ਦੇ ਵਿੱਚ ਪਾਇਆ ਗਾ, ਅਤੇ ਉਦੋਂ ਤਾਂ ਉਹਨਾਂ ਨੇ ਹਰੀ ਝੰਡੀ ਦਿੱਤੀ ਸੀ ਕਿ ਇਹ ਚੱਲਦਾ ਰਹਿਣਾ ਚਾਹੀਦਾ। ਅਪ੍ਰੈਲ ਦੇ ਵਿੱਚ ਉਹਨਾਂ ਨੇ ਇਸ ਨੂੰ ਜ਼ਰੂਰੀ ਕੰਮਾਂ ਦੇ ਵਿੱਚ ਪਾ ਦਿੱਤਾ ਕਿ ਜਿਹੜਾ ਹੈ ਪਾਰਲੀਮੈਂਟ ਦਾ ਕੰਮ ਰੁਕਣਾ ਨਹੀਂ ਚਾਹੀਦਾ। ਪਾਰਲੀਮੈਂਟ ਵੀ ਬਣਨੀ ਆ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਅਦਾਰੇ ਆ ਉਹ ਇਹਦੇ ਨਾਲ ਬਣਨੇ ਆ। ਜਿਹੜੇ ਪੁਰਾਣੀ ਪਾਰਲੀਮੈਂਟ ਆ ਜਾਂ ਹੋਰ ਜਿਹੜੇ ਦਫ਼ਤਰ ਸੀਗੇ ਉਹਨਾਂ ਨੂੰ ਕਹਿੰਦੇ ਜੀ ਅਸੀਂ ਐਜ ਏ ਮਿਊਜ਼ੀਅਮ ਬਣਾ ਕੇ ਰੱਖਣਾ ਗਾ, ਜਿਵੇਂ ਉੱਥੋਂ ਬਹੁਤ ਵੱਡੇ ਸ਼ਾਹਕਾਰ ਪੈਦਾ ਹੋਏ ਹੋਣ। ਖੈਰ, ਅੱਗੇ ਗੱਲ ਕਰਦੇ ਹਾਂ। ਹੁਣ ਤੀਜਾ ਜਿਹੜਾ ਇਹਦਾ ਕਾਰਨ ਆ ਉਸ 'ਤੇ ਵੱਲ ਚੱਲਦੇ ਹਾਂ ਕਿ ਇਹ ਜਿਹੜਾ ਸਾਰਾ ਪੈਸਾ ਗਾ ਇਹ ਹਸਪਤਾਲਾਂ ਦੇ ਵਿੱਚ ਜਿਹੜੇ ਮਰ ਰਹੇ ਲੋਕ ਨੇ ਉਹਨਾਂ ਨੂੰ ਸਹੂਲਤਾਂ ਉੱਤੇ ਕਿਉਂ ਨਹੀਂ ਲਾਇਆ ਜਾਂਦਾ। 15,000 ਕਰੋੜ ਵੀ ਇਹਦੇ ਵਿੱਚੋਂ ਲਾ ਦਿੱਤਾ ਜਾਵੇ ਅਤੇ ਲੱਖਾਂ ਨਹੀਂ ਕਰੋੜਾਂ ਲੋਕਾਂ ਦੀ ਜਾਨ ਇਹਦੇ ਨਾਲ ਬਚ ਸਕਦੀ ਆ। ਪਰ ਜਿਹੜਾ ਮੋਦੀ ਆ ਉਸ ਦੇ ਵਿੱਚ ਅਤੇ ਉਹਦੀ ਸਰਕਾਰ ਦੇ ਵਿੱਚ ਹੁਣ ਸਪਸ਼ਟ ਰੂਪ ਦੇ ਵਿੱਚ ਲੱਗਦਾ ਹੈ ਕਿ ਨੀਰੋ ਬਾਦਸ਼ਾਹ ਦਾ ਭੂਤ ਆ ਗਿਆ ਹੈ। ਹੁਣ ਤੁਹਾਨੂੰ ਜਿਹੜੀ ਮੈਂ ਸ਼ੁਰੂ ਦੇ ਉੱਤੇ ਕਹਾਣੀ ਸੁਣਾਈ ਸੀ ਉਹ ਪੂਰਨ ਰੂਪ ਦੇ ਵਿੱਚ ਸਮਝ ਆ ਜਾਵੇਗੀ ਕਿ ਇੱਕ ਪਾਸੇ ਤਾਂ ਲੋਕ ਮਰ ਰਹੇ ਨੇ ਕੋਵਿਡ ਦੇ ਨਾਲ ਅਤੇ ਦੂਜੇ ਪਾਸੇ ਇਹ ਪਬਲਿਕ ਦਾ ਇਕੱਠਾ ਕੀਤਾ ਹੋਇਆ ਪੈਸਾ ਸਾਰਾ ਇਸ ਪ੍ਰੋਜੈਕਟ ਦੇ ਉੱਤੇ ਖਰਚ ਰਹੇ ਨੇ, ਜਿਸ ਦੀ ਕੋਈ ਖਾਸ ਲੋੜ ਨਹੀਂ ਆ। ਜਿਹੜੇ ਪਹਿਲਾਂ ਵਾਲੀਆਂ ਬਿਲਡਿੰਗਸ ਨੇ ਅਜੇ ਠੀਕ ਠਾਕ ਨੇ, ਜੇ ਠੀਕ ਠਾਕ ਨਾ ਹੋਣ ਇਹ ਮੌਜੂਦਾ ਸਮੇਂ ਤੱਕ ਕੀ ਉੱਥੇ ਰਹਿ ਸਕਦੇ ਸੀ? ਇਹ ਤਾਂ ਇੱਕ ਦਿਨ ਨਾ ਬੈਠਣ ਜੇਕਰ ਕੋਈ ਇਸ ਤਰ੍ਹਾਂ ਦਾ ਖਤਰਾ ਹੋਵੇ ਕਿ ਇਹ ਬਿਲਡਿੰਗ ਡਿੱਗ ਸਕਦੀ ਹੈ। ਪਰ ਇਹ ਕੋਈ ਪਹਿਲੀ ਵਾਰ ਨਹੀਂ ਹੈ। ਇਹ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ ਬਹੁਤ ਵੱਡਾ ਜਹਾਜ਼, ਬਹੁਤ ਮਹਿੰਗਾ ਜਹਾਜ਼ ਆ ਜਿਹੜਾ ਉਹ ਖਰੀਦਿਆ ਗਾ। ਉਹਨਾਂ ਨੇ ਆਪ ਟਰੈਵਲ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ, ਹੁਣ ਦੇਸ਼ਾਂ ਦੇ ਵਿੱਚ ਤਾਂ ਉਹ ਜਾ ਨਹੀਂ ਸਕਦੇ। ਸੋ ਉਸ ਲਈ ਉਹਨਾਂ ਨੇ ਸੋਚਿਆ ਕਿ ਹੁਣ ਜਿਹੜਾ ਘਰ ਦਾ ਕੰਮਕਾਰ ਆ, ਘਰ ਭਾਵ ਕਿ ਉਹਨਾਂ ਨੇ ਆਪਣੇ ਜੱਦੀ ਮੱਲੇ ਹੀ ਹੋਏ ਆ ਨਾ ਹੁਣ, ਕਿ ਉਹਨਾਂ ਨੂੰ ਅਸੀਂ ਹੋਰ ਵਧੀਆ ਬਣਾਉਣ ਦੇ ਵਿੱਚ ਲਾ ਦਈਏ। ਇਸੇ ਦੇ ਤਹਿਤ ਹੀ ਉਹ ਨਵੀਂ ਪਾਰਲੀਮੈਂਟ ਬਣਾ ਰਹੇ ਨੇ, ਹੋਰ ਬਹੁਤ ਸਾਰੇ ਦਫ਼ਤਰ ਰੈਨੋਵੇਟ ਕਰ ਰਹੇ ਨੇ ਅਤੇ ਨਵੇਂ ਬਣਾ ਰਹੇ ਨੇ। ਪਰ ਇਹ ਪੈਸਾ ਜੇਕਰ ਲੋਕਾਂ ਦੇ ਉੱਤੇ ਲਾ ਦਿੱਤਾ ਜਾਂਦਾ, ਰਹਿੰਦੇ ਸਮਿਆਂ ਦੇ ਵਿੱਚ ਲੋਕਾਂ ਨੂੰ ਵੈਕਸੀਨ ਦੇ ਦਿੱਤੀ ਜਾਂਦੀ, ਜਿਹਦਾ ਇਹਨਾਂ ਨੇ ਰੇਟ ਹੀ ਨਹੀਂ ਤੈਅ ਕੀਤਾ ਕੰਪਨੀਆਂ ਦੇ ਨਾਲ, ਅਤੇ ਅੱਜ ਜਿਹੜੇ ਹਜ਼ਾਰਾਂ ਲੋਕ ਨੇ ਉਹ ਨਾ ਮਰਦੇ। ਉਮੀਦ ਆ ਕਿ ਉਮੀਦ ਤਾਂ ਵੈਸੇ ਹੈ ਨਹੀਂ ਆਪਾਂ, ਪਰ ਇਹ ਇੱਕ ਤਰ੍ਹਾਂ ਹਲੂਣਾ ਮਾਰ ਕੇ ਹੀ, ਇੱਕ ਤਰ੍ਹਾਂ ਹੂਰਾ ਮਾਰ ਕੇ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ, ਉਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਜਿਹੜੇ ਭਾਰਤ ਦੇ ਲੋਕ ਨੇ, ਭਾਰਤੀ ਖਿੱਤੇ ਦੇ, ਉਹ ਜਿਹੜੇ ਮੋਦੀ ਕੇ ਸਪੋਰਟਰ ਵੀ ਨੇ, ਉਹ ਇਹਨਾਂ ਨੂੰ ਜ਼ਰੂਰ ਸਵਾਲ ਕਰਨਗੇ ਅਤੇ ਸਮਝਣਗੇ ਕਿ ਇਹ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਮੋਦੀ ਦੀਆਂ ਹੋਣ ਚਾਹੇ ਉਦੋਂ ਪਹਿਲਾਂ, ਇਹ ਲੋਕਾਂ ਦੇ ਭਲੇ ਲਈ ਨਹੀਂ ਨੇ। ਉਂਝ ਆਈਆਂ ਉਹ ਭਲੇ ਲਈ ਕਹਿ ਕੇ ਸੀ ਕਿ ਅਸੀਂ ਤੁਹਾਡਾ ਵੈਲਫੇਅਰ ਕਰਾਂਗੇ, ਅਸੀਂ ਤੁਹਾਨੂੰ ਇੱਕ ਆਦਰਸ਼ ਰਾਜ ਦੇਵਾਂਗੇ। ਮੋਦੀ ਦਾ ਤਾਂ ਨਾਰਾ ਵੀ ਸੀ ਨਾ, ਅਸੀਂ ਤੁਹਾਨੂੰ ਰਾਮ ਰਾਜ ਦੇਵਾਂਗੇ। ਪਰ ਹੁਣ ਇਹ ਸਰਕਾਰਾਂ ਨੇ ਜਿਹੜੀਆਂ ਇਹ ਕਾਰਪੋਰੇਟਸ ਦੇ ਨਾਲ ਰਲ ਕੇ, ਇਹ ਪੂੰਜੀਪਤੀਆਂ ਦੇ ਨਾਲ ਰਲ ਕੇ ਤੁਹਾਨੂੰ ਮਾਰਨ ਦਾ ਪੂਰਾ ਪ੍ਰਬੰਧ ਕਰੀ ਬੈਠੀਆਂ ਨੇ। ਅੱਗੇ ਇਹਨਾਂ ਸਰਕਾਰਾਂ ਦਾ ਕੀ ਹਾਲ ਹੋਣਾ ਗਾ
ਮਾਫੀ ਚਾਹੁੰਦਾ ਜੀ। ਅੱਗੇ ਇਹਨਾਂ ਸਰਕਾਰਾਂ ਦਾ ਕੀ ਹਾਲ ਹੋਣਾ ਇਹ ਰੱਬ ਜਾਣਦਾ, ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ, ਪਰ ਇਸ ਵਕਤ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਪਰਜਾ ਦਾ ਅੱਗੇ ਬਹੁਤ ਬੁਰਾ ਹਾਲ ਹੋਣਾ ਗਾ। ਪਰਜਾ ਨੂੰ ਇਸ ਮੌਕੇ ਬੜਾ ਫੂਕ ਫੂਕ ਕੇ ਪੈਰ ਰੱਖਣਾ ਚਾਹੀਦਾ ਗਾ, ਆਪਣੀ ਆਪ ਫਿਕਰ ਕਰਨੀ ਚਾਹੀਦੀ ਆ। ਸਰਕਾਰਾਂ ਹੁਣ ਤੁਹਾਡੇ ਤੋਂ ਹੱਥ ਛੁਡਾ ਗਈਆਂ ਨੇ, ਉਹਨਾਂ ਦੇ ਉੱਤੇ ਆਸ ਨਾ ਰੱਖੀ ਜਾਵੇ। ਉਹਨਾਂ ਨੂੰ ਆਪਣੇ ਇਹ ਵੱਡੇ ਵੱਡੇ ਪ੍ਰੋਜੈਕਟ ਆ ਜਿਹੜੇ ਹਜ਼ਾਰਾਂ ਕਰੋੜਾਂ ਦੇ, ਉਹਨਾਂ ਦੀ ਫਿਕਰ ਪਈ ਹੋਈ ਆ। ਉਹਨਾਂ ਵਰਕਰਾਂ ਦੀ ਵੀ ਫਿਕਰ ਨਹੀਂ ਆ ਜਿਹੜੇ ਇਸ ਕੋਵਿਡ ਦੇ ਦੌਰਾਨ ਕੈਰੀਅਰ ਬਣ ਸਕਦੇ ਆ, ਜਿਹੜੇ ਦਿੱਲੀ ਪੂਰਾ ਹੀ ਆ ਜਿਹੜਾ ਸਾਰਾ ਰੈੱਡ ਜ਼ੋਨ ਆਪਾਂ ਮੰਨ ਸਕਦੇ ਹਾਂ ਕੋਵਿਡ ਦਾ, ਜਿਹੜੇ ਉੱਥੇ ਕੰਮ ਕਰ ਰਹੇ ਨੇ, ਉਹ ਕਿੱਥੋਂ ਆਏ, ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਏ ਹੋਣਗੇ। ਉਹ ਜਦੋਂ ਇੱਥੋਂ ਕੰਮ ਦੇ ਦੌਰਾਨ ਆਪਣੇ ਘਰਾਂ ਨੂੰ ਜਾਣਗੇ ਤੇ ਉਹ ਨਾਲ ਹੀ ਕੋਵਿਡ ਆਪਣੇ ਲੈ ਕੇ ਜਾਣਗੇ, ਅਤੇ ਪਤਾ ਨਹੀਂ ਉਹ ਕਿੰਨਿਆਂ ਕੁ ਨੂੰ ਹੁਣ ਤੱਕ ਫੈਲਾ ਚੁੱਕੇ ਹੋਣਗੇ। ਹੁਣ ਜਿਹੜਾ ਇਹ ਹਜ਼ਾਰਾਂ ਕਰੋੜ ਦਾ ਪ੍ਰੋਜੈਕਟ ਆ, ਇਹ ਤੇ ਕੋਈ 100-200 ਵਰਕਰ ਨਾਲ ਤਾਂ ਸਰਦਾ ਨਹੀਂ, ਇਹ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਹੋਣਗੇ। ਸੋ ਮੋਦੀ ਸਰਕਾਰ ਨੂੰ ਅਤੇ ਇਸ ਨੂੰ ਚਲਾਉਣ ਵਾਲੇ ਸਾਰੇ ਲੀਡਰਾਂ ਨੂੰ, ਜਿਹੜੇ ਕਿਸੇ ਕੈਬਨਿਟ ਵਗੈਰਾ 'ਚ ਨਹੀਂ ਹੈਗੇ, ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਕਿ ਲੋਕਾਈ ਇਸ ਵਕਤ ਮਰ ਰਹੀ ਆ। ਉਹ ਨੀਰੋ ਬਾਦਸ਼ਾਹ ਦਾ ਭੂਤ ਆਪਣੇ ਆਪ 'ਚੋਂ ਕੱਢਣ ਅਤੇ ਆਪਣੇ ਹੀ ਇਸ ਲੋਕਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ, ਉਹਨਾਂ ਦੇ ਵੱਲ ਥੋੜ੍ਹਾ ਬਹੁਤ ਧਿਆਨ ਦੇਣ। ਸੋ ਦਰਸ਼ਕੋ, ਇਹ ਸੀ ਅੱਜ ਦੀ ਗੱਲਬਾਤ। ਇਸ ਗੱਲਬਾਤ ਦੇ ਥੱਲੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਵਾਕਈ ਮੋਦੀ ਦੇ ਵਿੱਚ ਨੀਰੋ ਬਾਦਸ਼ਾਹ ਦਾ ਭੂਤ ਵੜ ਗਿਆ ਹੈ ਜਾਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।